ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਗੁਰਮਲਕੀਤ ਸਿੰਘ ਕਾਲੂ ਦੁਆਰਾ ਲਿਖੀ ਕਹਾਣੀ ਉਮੀਦਾਂ ਦੀ ਚਿਰਾਗ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਕੁਝ ਸਾਲ ਪਹਿਲਾਂ ਮੈਂ ਆਪਣੀ ਨਾਨਕੇ ਪਿੰਡ ਬੀਜੇ ਗਿਆ ਸੀ। ਮੇਰੇ ਨਾਨਾ ਜੀ ਦੇ ਘਰ ਤੱਕ ਜਾਣ ਵਾਲੀ ਗਲੀ ਭੀੜੀ ਹੈ। ਆਪਣੀ ਕਾਰ ਗਲੀ ਦੇ ਬਾਹਰ ਵਾਲ ਖਾਲੀ ਥਾਂ 'ਤੇ ਖੜਾ ਕੇ ਤੁਰਨ ਹੀ ਲੱਗਾ ਸੀ ਕਿ ਸੱਜੇ ਪਾਸਿਓਂ ਆਵਾਜ਼ ਆਈ, ਕਾਕਾ ਠਹਿਰੀ। ਮੈਂ ਹੈਰਾਨੀ ਜਿਹੀ ਨਾਲ ਵੇਖਿਆ। ਬਜ਼ੁਰਗ ਔਰਤ ਕਾਲੀ ਕਦਮ ਪੁੱਟਦਿਆਂ ਨੇੜੇ ਆ ਰਹੀ ਸੀ। ਕੋਲ ਆ ਕੇ ਉਹ ਬੋਲੀ, ਤੂੰ ਚਾਚੀ ਮਨਜੀਤ ਕੌਰ ਦਾ ਦੋਹਤਾ ਹੈ ਨਾ, ਰਾਮਪੁਰ ਤੋਂ। ਮੈਂ ਤੇਰੀ ਮਾਸੀ ਲੱਗਦੀ ਹਾਂ। ਤੇਰੀ ਮੰਮੀ ਮੇਰੀ ਬੜੀ ਪੱਕੀ ਸਹੇਲੀ ਹੁੰਦੀ ਸੀ ਵਿਆਹ ਤੋਂ ਪਹਿਲਾਂ। ਪਿਛਲੇ ਸਾਲ ਮੈਨੂੰ ਖੰਨੇ ਮਿਲੀ ਸੀ ਉਹ। ਉਸਨੇ ਇਹ ਦੱਸਿਆ ਸੀ ਕਿ ਤੂੰ ਦੁਰਾਹੇ ਕਾਲਜ ਵਿੱਚ ਲੈਕਚਰਰ ਲੱਗ ਗਿਆ। ਉਸਨੇ ਮੇਰੀ ਹੈਰਾਨਗੀ ਤਾੜਦਿਆਂ ਆਪਣੀ ਸਾਰੀ ਪਹਿਚਾਣ ਕਰਵਾ ਕੇ ਇਹ ਵੀ ਦੱਸ ਦਿੱਤਾ ਕਿ ਇੱਥੇ ਉਸਦੇ ਪੇਕੇ ਨੇ ਅਤੇ ਸਹੁਰੇ ਨਾਲ ਦੇ ਪਿੰਡ ਨੇ। ਸਿਰ 'ਤੇ ਲਈ ਚਿੱਟੀ ਚੁੰਨੀ ਹੇਠ ਸਵਰੇ ਵਾਲ ਤੋਂ ਬੋਲੀ ਦੇ ਸਲੀਕੇ 'ਚ ਉਸਦੀ ਸੁੰਗੜ ਸਿਆਣੀ ਔਰਤ ਵਾਲੀ ਸ਼ਖਸੀਅਤ ਝਲਕਦੀ ਸੀ। ਬਚਪਨ ਤੋਂ ਹੀ ਚੰਗੇ ਲੋਕਾਂ ਦੀ ਜ਼ਿੰਦਗੀ ਉੱਤੇ ਝਾਤ ਪਾਉਣੀ ਮੇਰਾ ਸ਼ੌਂਕ ਹੈ। ਸਿਰ ਪਲੋਸਣ ਲਈ ਉੱਠੇ ਉਸਦੇ ਹੱਥਾਂ ਦੇ ਛੋਹ ਲਈ ਮੈਂ ਉਸਦੇ ਪੈਰਾਂ ਵੱਲ ਝੁਕਿਆ। ਹੋਰ ਕਿੰਨੀਆਂ ਸਾਰੀਆਂ ਅਸੀਸਾਂ ਤੇ ਮੇਰੀ ਮੰਮੀ ਨਾਲ ਆਪਣੀ ਸਹੇਲ-ਭੁਣੇ ਦੀਆਂ ਕੁਝ ਯਾਦਾਂ ਮੇਰੇ ਨਾਲ ਸਾਂਝੀਆਂ ਕਰਕੇ ਤੇ ਵਾਪਸੀ ਵੇਲੇ ਉਸਦੇ ਘਰੋਂ ਹੋ ਕੇ ਜਾਣ ਦਾ ਸੱਦਾ ਦੇ ਕੇ ਉਹ ਖੱਬੇ ਪਾਸੇ ਨੂੰ ਤੁਰ ਪਈ ਅਤੇ ਮੈਂ ਆਪਣੇ ਨਾਨਕਿਆਂ ਵਾਲੀ ਗਲੀ ਵੱਲ ਤੁਰ ਪਿਆ। ਨਾਨਕੇ ਘਰ ਜਾ ਕੇ ਨਾਨੀ ਤੋਂ ਉਸਦੇ ਬਾਰੇ ਮਿਲੀ ਜਾਣਕਾਰੀ ਅੱਖਾਂ ਖੋਲ੍ਹਣ ਵਾਲੀ ਸੀ। ਉਮਰ ਪੱਖੋਂ ਤਾਂ ਉਹ ਮੇਰੀ ਮੰਮੀ ਤੋਂ ਥੋੜ੍ਹੀ ਵੱਡੀ ਸੀ, ਪਰ ਸ਼ਰੀਕੇ ਵਿੱਚੋਂ ਮੰਮੀ ਦੀ ਭੂਆ ਲੱਗਦੀ ਸੀ। ਸਮੇਂ ਦੇ ਨਾਲ ਪਿੰਡ ਦੇ ਸਾਰੇ ਛੋਟੇ ਵੱਡੇ ਉਸਨੂੰ ਭੂਆ ਕਹਿ ਕੇ ਦੁਆ ਸਲਾਮ ਕਰਨ ਅਤੇ ਆਸ਼ੀਰਵਾਦ ਲੈਣ ਲੱਗ ਪਏ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਉਸਦੇ ਮੂੰਹੋਂ ਨਿਕਲੀ ਗੱਲ ਸੱਚ ਹੋ ਜਾਂਦੀ ਆ। ਇਲਾਕੇ ਵਿੱਚ ਕੋਈ ਉਸਦੀ ਗੱਲ ਨਹੀਂ ਮੋੜਦਾ ਅਤੇ ਨਾ ਹੀ ਉਹ ਕਿਸੇ ਨੂੰ ਅਜਿਹਾ ਕੁਝ ਕਹਿੰਦੀ ਸੀ ਕਿ ਅਗਲੇ ਕੋਲ ਨਾ ਕਹਿਣ ਦੀ ਗੁੰਜਾਇਸ਼ ਬਚਦੀ ਹੋਈ। ਮੇਰੀ ਨਾਨੀ ਜੀ ਦੱਸਦੀ ਸੀ ਕਿ 16 ਸਾਲਾਂ ਦੀ ਸੀ ਅੰਬੂ ਜਦ ਉਸਦਾ ਵਿਆਹ ਹੋ ਗਿਆ। ਉਦੋਂ ਚੰਗੇ ਮੁੰਡੇ ਦੀ ਦੱਸ ਪਈ। ਕੁੜੀ ਦੇ ਮਾਪੇ ਆਨੰਦ ਕਾਰਜ ਕਰਕੇ ਇੱਕ ਤਰ੍ਹਾਂ ਨਾਲ ਮੁੰਡੇ ਨੂੰ ਜਵਾਈ ਵਾਲਾ ਬੰਨ ਮਾਰ ਲੈਂਦੇ ਸਨ। 2-4 ਸਾਲਾਂ ਬਾਅਦ ਕੁੜੀ ਨੂੰ ਗ੍ਰਸਤੀ ਦੀ ਸਮਝ ਆਉਂਦੀ ਤਾਂ ਮੁਕਲਾਵਾ ਤੋਰ ਕੇ ਉਸਦੀ ਵਿਦਾਈ ਕਰ ਦਿੱਤੀ ਜਾਂਦੀ। ਪਿਛੋਕੜ ਯਾਦ ਕਰਦਿਆਂ ਨਾਨੀ ਨੇ ਦੱਸਿਆ ਕਿ ਵਿਆਹ ਤੋਂ 3 ਸਾਲ ਬਾਅਦ ਜਦ ਉਸਦਾ ਮੁਕਲਾਵਾ ਹੋਇਆ ਤਾਂ ਭੂਆ ਨਿੱਕੀ ਜਿਹੀ ਹੁੰਦੀ ਸੀ। ਸਹੁਰੇ ਘਰ ਜਦ ਨਾਨੀ ਦਾ ਆਂਢ ਗੁਆਂਢ ਦਾ ਮੇਲ ਮਿਲਾਪ ਹੋਣ ਲੱਗਿਆ ਤਾਂ ਭੂਆ ਸਕੂਲੇ ਜਾਣ ਲੱਗ ਪਈ ਸੀ। 5ਵੀਂ ਪਾਸ ਕੀਤੀ ਤਾਂ ਭੂਆ ਦੇ ਮਾਪਿਆਂ ਨੂੰ ਕੁੜੀ ਦੇ ਰਿਸ਼ਤੇ ਦੀ ਫਿਕਰ ਹੋਣ ਲੱਗ ਪਈ ਸੀ। ਭੂਆ ਅਕਸਰ ਮੇਰੀ ਨਾਨੀ ਕੋਲ ਆਣ ਬਹਿੰਦੀ। ਉਸਨੇ ਆਪ ਹੀ ਦੱਸਿਆ ਸੀ ਕਿ ਨਾਨੀ ਦੇ ਡੋਲੇ ਤੋਂ ਸੁੱਟੇ ਗਏ ਤਾਂਬੇ ਵਾਲੇ ਪੈਸੇ ਚੁੱਗ ਚੁੱਕ ਕੇ ਉਸਨੇ ਬੁਗਨੀ ਭਰੀ ਹੋਈ ਸੀ। ਉਦੋਂ ਮਿੱਟੀ ਦੀਆਂ ਬੁਗਨੀਆਂ ਸਾਰੇ ਨਿਆਣਿਆਂ ਕੋਲ ਹੁੰਦੀਆਂ ਸੀ। ਸਿਆਣੀਆਂ ਮਾਵਾਂ ਬੱਚਿਆਂ ਨੂੰ ਬੱਚਤ ਦੀ ਆਦਤ ਪਾਉਣ ਲਈ ਉਹਨਾਂ ਦਾ ਬੁਗਨੀਆਂ ਨਾਲ ਮੋਹ ਪਾ ਦਿੰਦੀਆਂ ਸੀ। ਨਾਨੀ ਵੱਲੋਂ ਇਹ ਗੱਲ ਦੱਸਣ ਤੋਂ ਬਾਅਦ ਹੀ ਮੈਨੂੰ ਯਾਦ ਆਇਆ ਕਿ ਮੰਮੀ ਨੇ ਮੈਨੂੰ ਚਾਬੀ ਨਾਲ ਖੁੱਲ੍ਹਣ ਵਾਲਾ ਸਟੀਲ ਦਾ ਮਨੀ ਬਾਕਸ ਇਸੇ ਆਦਤ ਲਈ ਲਿਆ ਕੇ ਦਿੱਤਾ ਹੋ। ਨਾਨੀ ਦੱਸਦੇ ਗਏ ਕਿ ਭੂਆ ਦੇ ਮਾਪਿਆਂ ਨਾਲ ਦੇ ਪਿੰਡ ਦਾ ਫੌਜੀ ਮੁੰਡਾ ਲੱਭ ਕੇ ਉਸਦਾ ਵਿਆਹ ਕਰ ਦਿੱਤਾ ਅਤੇ ਅਗਲੇ ਸਾਲ ਜਦ ਫੌਜੀ ਛੁੱਟੀ ਆਇਆ ਤਾਂ ਭੂਆ ਦੇ ਸਹੁਰੇ ਜ਼ੋਰ ਪਾ ਕੇ ਉਸਦਾ ਮੁਕਲਾਵਾ ਲੈ ਗਏ। ਫੌਜੀ ਦੀ ਛੁੱਟੀ ਦੇ 2 ਮਹੀਨਿਆਂ ਦਾ ਅਜੇ ਅੱਧ ਟੱਪਿਆ ਸੀ ਕਿ ਉਸਨੂੰ ਵਾਪਸ ਆਉਣ ਦੀ ਤਾਰ ਆ ਗਈ। ਨਾਲ ਲੱਗਦੇ ਕਿਸੇ ਟਾਪੂ ਤੋਂ ਪੁਰਤਗੀਜ਼ਾਂ ਦਾ ਕਬਜ਼ਾ ਛੁਡਾਉਣ ਲਈ ਫੌਜੀ ਐਕਸ਼ਨ ਕਰਨਾ ਪੈ ਰਿਹਾ ਸੀ ਭਾਰਤ ਸਰਕਾਰ ਨੂੰ। ਛਾਉਣੀ ਵਾਪਸ ਪੁੱਜਦਿਆਂ ਹੀ ਫੌਜੀ ਦੀ ਯੂਨਿਟ ਲਾਮ ਨੂੰ ਤੋੜ ਦਿੱਤੀ ਗਈ। ਕਹਿੰਦੇ ਫੌਜੀ ਨੂੰ ਖੰਨੇ ਤੋਂ ਗੱਡੀ ਚੜਾਉਣ ਲਈ ਭੂਆ ਆਪਣੀ ਸੱਸ ਦੇ ਨਾਲ ਗਈ ਅਤੇ ਘਰ ਆ ਕੇ ਬੜਾ ਰੋਈ ਸੀ। ਨਿਆਣੀ ਉਮਰੇ ਘਰ ਵਾਲੇ ਨਾਲ ਏਡੇ ਮੋਹ ਦੀਆਂ ਲੋਕ ਮਿਸਾਲਾਂ ਦੇਣ ਲੱਗ ਪਏ ਸਨ। ਫੌਜੀ ਨੂੰ ਵਾਪਸ ਗਿਆ ਅਜੇ ਹਫ਼ਤਾ ਕੁ ਹੋਇਆ ਸੀ ਕਿ ਡਾਕੀਆ ਤਾਰ ਲੈ ਕੇ ਆ ਗਿਆ। ਉਦੋਂ ਤਾਰ ਦਾ ਨਾਂ ਹੀ ਖਤਰੇ ਦੀ ਘੰਟੀ ਹੁੰਦਾ ਸੀ। ਮੰਨਿਆ ਜਾਂਦਾ ਸੀ ਤਾਰ ਵਿੱਚ ਹਮੇਸ਼ਾ ਮਾੜੀ ਖਬਰ ਹੁੰਦੀ ਆ। ਪਤਾ ਨਹੀਂ ਡਾਕੀਏ ਨੂੰ ਪੜ੍ਹਨੀ ਨਹੀਂ ਸੀ ਆਈ ਜਾਂ ਉਹ ਜਾਣ ਬੁੱਝ ਕੇ ਟਾਲ ਗਿਆ ਸੀ। ਭੂਆ ਦਾ ਸਹੁਰਾ ਅਵਤਾਰ ਸਿੰਘ ਥਾਲ ਵਿੱਚ ਪਈ ਰੋਟੀ ਵਿੱਚੇ ਛੱਡ ਕਾਲੇ ਪੈਰੀ ਪਰਲੇ ਪਾਸੇ ਵਾਲੇ ਮਾਸਟਰ ਰਛਪਾਲ ਸਿੰਘ ਦੇ ਘਰ ਵੱਲ ਹੋ ਤੁਰਿਆ ਸੀ। ਤਾਰ ਵੇਖਦੇ ਹੀ ਮਾਸਟਰ ਦਾ ਮੱਥਾ ਠਣਕਿਆ ਸੀ। ਅਜੇ ਕੱਲ੍ਹ ਹੀ ਤੇ ਉਸੇ ਲੜਾਈ ਵਿੱਚ ਈਸੜੂ ਪਿੰਡ ਦੇ ਕਿਸੇ ਫੌਜੀ ਦੀ ਸ਼ਹੀਦੀ ਦੀ ਖਬਰ ਉਸਨੇ ਰੇਡੀਓ ਤੋਂ ਸੁਣੀ ਸੀ। ਮਾਸਟਰ ਨੇ ਅਵਤਾਰ ਸਿੰਘ ਦੇ ਕੰਮਦੇ ਹੱਥਾਂ 'ਚੋਂ ਤਾਰ ਫੜ ਕੇ ਅੱਖਰਾਂ 'ਤੇ ਨਜ਼ਰ ਮਾਰੀ ਅਤੇ ਮੱਥੇ 'ਤੇ ਹੱਥ ਮਾਰਿਆ। ਮਾਸਟਰ ਦਾ ਚਿਹਰਾ ਉਤਰਦਿਆਂ ਹੀ ਅਵਤਾਰ ਸਿੰਘ ਸਮਝ ਗਿਆ ਕਿ ਜ਼ਰੂਰ ਕੋਈ ਭਾਣਾ ਵਰਤ ਗਿਆ। ਹੌਸਲਾ ਜਿਹਾ ਕਰਦਿਆਂ ਮਾਸਟਰ ਦੇ ਮੂੰਹੋਂ ਮਸਾਂ ਹੀ ਨਿਕਲਿਆ ਕਿ ਅਵਤਾਰ ਸਿੰਘ
ਆਪਣਾ ਫੌਜੀ ਦੇਸ਼ ਲਈ ਕੁਰਬਾਨ ਹੋ ਗਿਆ। ਪੁੱਤਰ ਦੀ ਮੌਤ ਸੁਣ ਕੇ ਉਸ ਦੀਆਂ ਅੱਖਾਂ ਅੱਗੇ ਹਨੇਰ ਛਾ ਗਿਆ ਸੀ। ਭਾਦੋਂ ਦੇ ਚੁਮਾਸੇ ਵਾਲੇ ਦਿਨਾਂ 'ਚ ਵੀ ਉਸ ਨੂੰ ਕੰਬਣੀ ਜਿਹੀ ਛਿੜ ਗਈ ਸੀ। ਮਾਸਟਰ ਦੀ ਘਰਵਾਲੀ ਪਾਣੀ ਦਾ ਗਲਾਸ ਲੈ ਆਈ। ਮਾਸਟਰ ਨੇ ਗਲਾਸ ਉਸ ਦੇ ਮੂੰਹ ਨੂੰ ਲਾ ਕੇ ਉਸ ਨੂੰ ਆਪਣੇ ਆਪ ਵਿੱਚ ਲਿਆਉਣ ਦਾ ਯਤਨ ਕੀਤਾ। ਉਹ ਅਵਤਾਰ ਸਿੰਘ ਨੂੰ ਘਰ ਛੱਡ ਕੇ ਆਉਣ ਲਈ ਉਸ ਦੇ ਨਾਲ ਹੀ ਤੁਰ ਪਿਆ ਅਤੇ ਰਸਤੇ ਵਿੱਚ ਕਿਸੇ ਕੰਧ ਨਾਲ ਹੀ ਨਾ ਟੱਕਰ ਮਾਰ ਲਈ। ਮਾਸਟਰ ਨੂੰ ਯਾਦ ਸੀ ਆਪਣੇ ਪਿਓ ਦੀ ਹਾਲਤ ਜਦ ਵੱਡੀ ਸੜਕ ਪਾਰ ਕਰਦਿਆਂ ਉਸ ਦੇ ਭਰਾ ਨੂੰ ਕੋਈ ਗੱਡੀ ਮਿੱਧ ਗਈ ਸੀ। ਬਾਪ ਲਈ ਕਿੰਨਾ ਔਖਾ ਹੁੰਦਾ ਆਪਣੇ ਲਹੂ ਮਾਸ ਨੂੰ ਆਪਣੇ ਮੋਢਿਆਂ 'ਤੇ ਚੁੱਕਣਾ। ਭਲੇ ਲੋਕ ਤਾਂ ਦੁਆ ਕਰਦੇ ਨੇ ਕਿ ਰੱਬ ਇਹੋ ਜਿਹਾ ਦਰਦ ਕਿਸੇ ਦੁਸ਼ਮਣ ਨੂੰ ਨਾ ਵਿਖਾਵੇ। 2 ਦਿਨ ਬਾਅਦ ਮਿਲਟਰੀ ਦੇ ਟਰੱਕ ਉੱਤੇ ਲੱਕੜ ਦੇ ਡੱਬੇ ਵਿੱਚ ਪਈ ਹੋਈ ਫੌਜੀ ਦੀ ਲਾਸ਼ ਪਿੰਡ ਪਹੁੰਚ ਗਈ। ਫੌਜੀ ਰਸਮਾਂ ਕੀਤੀਆਂ ਗਈਆਂ। ਹਵਾ 'ਚ ਗੋਲੀਆਂ ਚਲਾ ਕੇ ਸਲਾਮੀ ਦੀ ਰਸਮ ਹੋਈ। ਸੰਸਕਾਰ ਮੌਕੇ ਭੂਆ ਨੂੰ ਬਲ ਦੀ ਚਿੰਤਾ ਤੋਂ ਪਾਸੇ ਰੱਖਣ ਲਈ ਔਰਤਾਂ ਨੂੰ ਬੜੀ ਔਖ ਆਈ। ਉਸ ਦੀ ਇੱਕੋ ਰੱਟ ਸੀ ਕਿ ਉਸ ਦੇ ਬਾਝੋਂ ਮੈਂ ਹੁਣ ਜਿਉਂ ਕੇ ਕੀ ਕਰਨਾ। ਭੂਆ ਦੀਆਂ ਦਰਦ ਵਿੰਨੀਆਂ ਚੀਕਾਂ ਮੂਹਰੇ ਪੱਥਰ ਦਿਲ ਲੋਕਾਂ ਦੇ ਰੁਮਾਲ ਭੇਜਣ ਲੱਗ ਪਏ ਸਨ। ਹਫ਼ਤੇ ਕੁ ਬਾਅਦ ਭੂਆ ਪਹਿਚਾਣੀ ਨਾ ਜਾਇਆ ਕਰੇ। ਕੁਝ ਦਿਨ ਪਹਿਲਾਂ ਤੱਕ ਸੰਧੂਰੀ ਅੰਬ ਦਾ ਭੁਲੇਖਾ ਪਾਉਂਦਾ ਭੂਆ ਦਾ ਚਿਹਰਾ ਪੀਲਾ ਭੂਕ ਹੋ ਗਿਆ ਸੀ। ਕਹਿੰਦੇ ਨੇ ਕਿ ਨਾ ਰੰਗ ਵੀ ਖੁਸ਼ੀਆਂ ਨਾਲ ਹੀ ਸੂੰਹਦੇ ਨੇ। ਜਿੱਥੋਂ ਕਿਸੇ ਖੁਸ਼ੀ ਦੀ ਉਮੀਦ ਹੀ ਖਤਮ ਹੋ ਜੇ ਉਸ ਥਾਂ ਨਾਲ ਰੰਗਾਂ ਦਾ ਕੀ ਮੇਲ। ਚਿੱਟੀ ਚੁੰਨੀ ਨੂੰ ਵਿਧਵਾ ਨਾਲ ਸ਼ਾਇਦ ਇਸੇ ਕਾਰਨ ਜੋੜਿਆ ਗਿਆ ਹੋ। ਭੂਆ ਦਾ ਤਾਂ ਸੰਸਾਰ ਵਸੇਵੇ ਦੀ ਸ਼ੁਰੂਆਤ ਦੇ ਦਿਨਾਂ ਵਿੱਚ ਹੀ ਉਜੜ ਗਿਆ ਸੀ। ਫੌਜੀ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਸਾਹਿਬ ਦਾ ਭੋਗ ਪਿਆ। ਗ੍ਰੰਥੀ ਨੇ ਗਲ ਵਿੱਚ ਪੱਲਾ ਪਾ ਕੇ ਗੁਰੂ ਚਰਨਾਂ ਵਿੱਚ ਅੰਤਿਮ ਅਰਦਾਸ ਸ਼ੁਰੂ ਕੀਤੀ। ਭਾਈ ਜੀ ਅਜੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਅਰਜ਼ੋਈ ਤੱਕ ਪਹੁੰਚੇ ਸੀ ਕਿ ਔਰਤਾਂ ਵਾਲੇ ਪਾਸਿਓਂ ਕਿਸੇ ਦੇ ਧੜੰਮ ਡਿੱਗਣ ਦੀ ਆਵਾਜ਼ ਆਈ। ਇਹ ਭੂਆ ਸੀ, ਉਹ ਭਰਜੋਨ ਮੁਟਿਆਰ ਜਿਸ ਦੀਆਂ ਲੱਤਾਂ ਵੀ ਉਸ ਦਾ ਭਾਰ ਚੁੱਕਣ ਤੋਂ ਜਵਾਬ ਦੇ ਗਈਆਂ ਸਨ। ਔਰਤਾਂ ਉਸ ਨੂੰ ਚੁੱਕ ਕੇ ਅੰਦਰ ਲੈ ਗਈਆਂ। ਫੌਜੀ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣ ਲੱਗੀਆਂ। ਉਸ ਦੀ ਬਹਾਦਰੀ ਦੀ ਵਾਹ-ਵਾਹ ਕੀਤੀ ਗਈ। ਦੁਸ਼ਮਣ ਦੇ ਸਿਪਾਹੀਆਂ ਨਾਲ ਲੋਹਾ ਲੈਣ ਦੇ ਕਾਰਨਾਮੇ ਗਿਣਾਏ ਗਏ। ਗੋਲੀ ਪਿੱਠ 'ਚ ਨਹੀਂ, ਹਿੱਕ 'ਤੇ ਖਾਣ ਵਾਲਾ ਬਹਾਦਰ, ਜਵਾਨ ਤੇ ਦੇਸ਼ ਭਗਤ ਦੱਸਿਆ ਗਿਆ। ਪੰਜਾਬ ਸਰਕਾਰ ਵੱਲੋਂ ਪ੍ਰਵਾਨ ਨੂੰ ਰਿਆਇਤਾਂ ਦੇ ਐਲਾਨ ਹੋਏ। ਉਦੋਂ ਵਾਲਾ ਮੁੱਖ ਮੰਤਰੀ ਆਪਣੇ ਬੋਲ ਪੁੰਗਾਉਂਦਾ ਹੁੰਦਾ ਸੀ। ਜੋ ਐਲਾਨ ਕਰਨਾ ਉਸ ਉੱਤੇ ਹੋਏ ਅਮਲ ਬਾਰੇ ਉਹ ਅਫਸਰਾਂ ਤੋਂ ਜਾਣਕਾਰੀ ਲੈਂਦਾ ਰਹਿੰਦਾ ਸੀ। ਉਸ ਵੱਲੋਂ ਫੌਜੀ ਦੇ ਪਰਿਵਾਰ ਲਈ ਵਿਸ਼ੇਸ਼ ਪੱਤਰ ਭੇਜਿਆ ਸੀ ਜਿਸ ਵਿੱਚ ਸਰਕਾਰੀ ਐਲਾਨ ਸੀ ਕਿ ਪਰਿਵਾਰ 'ਤੇ ਆਈ ਕਿਸੇ ਬਿਪਤਾ ਮੌਕੇ ਸਰਕਾਰ ਉਸ ਦਾ ਹੱਲ ਕਰੇਗੀ। ਬਹੁਤ ਸਾਲਾਂ ਬਾਅਦ ਉਸ ਪੱਤਰ ਦੀ ਲੋੜ ਉਸ ਪਰਿਵਾਰ ਨੂੰ ਪਈ ਸੀ। ਫੌਜੀ ਦਾ ਯੂਨਿਟ ਵਿੱਚ ਪਿਆ ਕੁਝ ਸਮਾਨ ਉਸ ਦੇ ਘਰ ਪੁੱਜਦਾ ਕੀਤਾ ਗਿਆ। ਸਮਾਨ ਕੀ ਹੋਣਾ ਸੀ? 2 ਬੈਗਾਂ ਵਿੱਚੋਂ ਇੱਕ ਬੈਗ ਵਿੱਚ ਕੱਪੜੇ ਤੇ ਦੂਜੇ ਵਿੱਚ ਛੋਟਾ ਮੋਟਾ ਨਿੱਕ ਸੁੱਕ ਤੇ ਕੁਝ ਕਿਤਾਬਾਂ ਕਾਪੀਆਂ। ਹੋਰ ਕਿਹੜਾ ਫੌਜੀਆਂ ਕੋਲ ਗਿਫਟ ਆਈਟਮਾਂ ਹੁੰਦੀਆਂ। ਬੈਗ ਵਿੱਚ ਅੰਬੋਂ ਦੇ ਨਾਂ ਲਿਖੀ ਅਧੂਰੀ ਚਿੱਠੀ ਵੀ ਸੀ ਜਿਸ ਨੂੰ ਪੂਰਾ ਕਰਕੇ ਡਾਕ 'ਚ ਪਾਉਣ ਦਾ ਸਮਾਂ ਹੀ ਸ਼ਾਇਦ ਫੌਜੀ ਨੂੰ ਨਹੀਂ ਸੀ ਮਿਲਿਆ। ਉਹ ਚਿੱਠੀ ਭੂਆ ਨੇ ਅਜੇ ਤੱਕ ਸੋਨੇ ਦੇ ਗਹਿਣੇ ਤੇ ਫੌਜੀ ਦੀ ਅਮਾਨਤ ਵਾਂਗ ਸੰਭਾਲੀ ਹੋਈ ਸੀ। ਫੌਜੀ ਇਕੱਲਾ ਭਰਾ ਸੀ, ਵੱਡੀ ਭੈਣ ਤੋਂ 10 ਸਾਲ ਛੋਟਾ। ਭੈਣ ਦੇ ਵਿਆਹ ਮੌਕੇ 8 ਸਾਲਾਂ ਦਾ ਸੀ। ਆਪਣੇ ਜੀਜੇ ਦੀ ਫੌਜੀ ਵਰਦੀ ਵਾਲਾ ਟੌਰ ਉਸ ਦੇ ਮਨ 'ਚ ਘਰ ਕਰ ਗਿਆ ਸੀ। ਉਹ ਵਰਦੀ ਦਾ ਸ਼ੌਕੀਨ ਹੋ ਗਿਆ। ਜੀਜੇ ਨੇ ਛੁੱਟੀ ਆਉਣਾ ਹੁੰਦਾ ਤਾਂ ਉਸ ਨੂੰ ਵਰਦੀ ਨਾਲ ਲੈ ਕੇ ਆਉਣ ਦੀ ਚਿੱਠੀ ਲਿਖ ਭੇਜਦਾ। 7ਵੀਂ 8ਵੀਂ ਵਿੱਚ ਹੁੰਦਾ ਸੀ ਜਦ ਜੀਜੇ ਦੀ ਵਰਦੀ ਵਾਲੀ ਕਮੀਜ਼ ਪਾ ਕੇ ਫੁੱਲਿਆ ਨਾ ਸਮਾਉਂਦਾ। ਮਾਂ ਦੇ ਰੋਕਣ ਦੇ ਬਾਵਜੂਦ ਸਾਰੇ ਪਿੰਡ ਦਾ ਗੇੜਾ ਕੱਢਦਾ। ਵਰਦੀ ਦੀ ਜੇਬ 'ਤੇ ਲਿਖੀ ਜੀਜੇ ਦੇ ਨਾਂ ਉੱਤੇ ਕਾਗਜ਼ ਦੀ ਚੇਪੀ ਲਾ ਦਿੰਦਾ। ਪਿੰਡ ਵਿੱਚ ਜਾਣ ਲੱਗਿਆ। ਭੈਣ ਦਾ ਮਨ ਇਸ ਅਹਿਸਾਸ ਨਾਲ ਤਸੱਲੀ ਤੇ ਖੁਸ਼ੀ ਨਾਲ ਭਰ ਜਾਂਦਾ ਕਿ ਉਸਦੇ ਬਾਪ ਦੇ ਜਵਾਈ ਦੇ ਨਾਲ ਨਾਲ ਉਸ ਦਾ ਪੁੱਤਰ ਵੀ ਦੇਸ਼ ਦਾ ਰਖਵਾਲਾ ਹੋਵੇਗਾ। 10ਵੀਂ ਕਰਦਿਆਂ ਉਸਨੇ ਅਜੇ ਬਾਲਗੀ ਵਿੱਚ ਪੈਰ ਨਹੀਂ ਸੀ ਧਰਿਆ ਕਿ ਕੱਦ ਕਾਠ ਚੰਗਾ ਹੋਣ ਕਰਕੇ ਭਰਤੀ ਵਾਲਿਆਂ ਦੀ ਨਜ਼ਰੇ ਚੜ੍ਹ ਗਿਆ। ਉਦੋਂ ਕੱਦ ਕਾਠ ਵਾਲੇ ਮੁੰਡਿਆਂ ਦੀ ਕਦਰ ਸੀ ਹੁੰਦੀ ਫੌਜ ਲਈ। ਫੌਜੀ ਦੀ ਸ਼ਹੀਦੀ ਨੂੰ 3 ਮਹੀਨੇ ਬੀਤ ਗਏ ਸਨ। ਲੰਘਦੇ ਦਿਨਾਂ ਦੇ ਨਾਲ ਨਾਲ ਅਮਰਜੀਤ ਵੀ ਫੌਜੀ ਦੇ ਗਮ 'ਚੋਂ ਬਾਹਰ ਨਿਕਲ ਰਹੀ ਸੀ। ਉਹ ਆਪਣੀ ਰਹਿੰਦੀ ਜ਼ਿੰਦਗੀ ਦੇ ਅਕੀਦੇ ਮਿੱਥਣ ਲੱਗ ਪਈ। ਉਸ ਦੀ ਸੱਸ ਸਹੁਰੇ ਦੀ ਇਹ ਉਮੀਦ ਵੀ ਝੂਠੀ ਪੈ ਚੁੱਕੀ ਸੀ ਕਿ ਸ਼ਹੀਦੀ ਤੋਂ ਪਹਿਲਾਂ ਛੁੱਟੀ ਆਇਆ ਉਹਨਾਂ ਦਾ ਪੁੱਤਰ ਸ਼ਾਇਦ ਖਾਨਦਾਨ ਦੀ ਜੜ ਲਾ ਗਿਆ ਹੋਵੇ। ਕੁੜੀ ਦੀ ਪਹਾੜ ਜਿੱਡੀ ਜ਼ਿੰਦਗੀ ਪੱਖੋਂ ਫਿਕਰਮੰਦ ਹੋਏ ਆਪਣੇ ਮਾਪਿਆਂ ਨੂੰ ਅਮਰਜੀਤ ਨੇ ਸਾਫ਼ ਕਹਿ ਦਿੱਤਾ ਸੀ ਕਿ ਜਿਸ ਘਰ ਵਿੱਚ ਉਸ ਦੀ ਡੋਲੀ ਆਈ ਆ ਅਰਥੀ ਵੀ ਇੱਥੋਂ ਹੀ ਉੱਠੇਗੀ।
ਉਸਨੇ ਇਹ ਕਹਿ ਕੇ ਸੱਸ ਸਹੁਰੇ ਦੇ ਭਰੋਸੇ 'ਤੇ ਵੀ ਮੋਹਰ ਲਾ ਦਿੱਤੀ ਸੀ ਕਿ ਉਹ ਫੌਜਣ ਬਣ ਕੇ ਇਸ ਘਰ ਆਈ ਸੀ ਅਤੇ ਆਖਰੀ ਸਾਹ ਫੌਜਣ ਵਿੱਚੋਂ ਹੀ ਲੈ ਗਈ। ਉਂਝ ਉਸਨੇ ਇਹ ਕਹਿ ਕੇ ਮਾਪਿਆਂ ਦਾ ਮਾਣ ਰੱਖ ਲਿਆ ਕਿ ਵਿੱਚ ਵਾਰ ਉਹ ਮਾਪਿਆਂ ਕੋਲ ਰਹਿ ਆਇਆ ਕਰੇਗੀ। ਦੋਵੇਂ ਪਿੰਡ ਨੇੜੇ ਨੇੜੇ ਹੀ ਸਨ। ਥੋੜ੍ਹੇ ਦਿਨਾਂ ਨੂੰ ਵਿਸਾਖੀ ਆਉਣ ਵਾਲੀ ਸੀ। ਫੌਜਣ ਨੇ ਸੱਸ ਸਹੁਰੇ ਕੋਲ ਸ਼੍ਰੀ ਅਨੰਦਪੁਰ ਜਾਣ ਦੀ ਇੱਛਾ ਪ੍ਰਗਟਾਈ। ਬਜ਼ੁਰਗਾਂ ਨੂੰ ਤਸੱਲੀ ਹੋਈ ਕਿ ਕੁੜੀ ਘਰ ਦੇ ਕੰਮਾਂ ਵਿੱਚ ਰੁੱਝਣ ਲੱਗ ਪਈ ਆ। ਵਹੁਟੀ ਤੋਂ ਵਿਧਵਾ ਬਣੀ ਫੌਜਣ ਨੇ ਆਂਢ ਗੁਆਂਢ ਦੀਆਂ ਔਰਤਾਂ ਦੇ ਮਨਾਂ ਵਿੱਚ ਆਪਣੇ ਲਈ ਮੋਹ ਦੇ ਦੀਵੇ ਬਾਲ ਲਏ ਸੀ। ਉਹ ਤਰਸ ਵੀ ਕਰਦੀਆਂ ਅਤੇ ਰੱਬ ਨੂੰ ਉਲਾਂਭੇ ਦੇ ਨਾਲ ਫੌਜਣ ਦੇ ਹੌਸਲੇ ਦੀ ਦਾਤ ਦੇਣੋਂ ਨਾ ਰਹਿ ਸਕਦੀਆਂ। ਉਸਨੇ ਆਪਣੀ ਰੀਝ ਦੀਆਂ ਲੋੜਾਂ ਅਤੇ ਨਿਵਾਹ ਬਾਰੇ ਆਨੇ ਬਹਾਨੇ ਉਹਨਾਂ ਔਰਤਾਂ ਤੋਂ ਜਾਣਕਾਰੀ ਲੈ ਲਈ ਸੀ। ਉਹ ਵਿਸਾਖੀ ਵਾਲੇ ਦਿਨ ਦੀ ਉਡੀਕ ਕਰਨ ਲੱਗੀ। ਜਿਵੇਂ ਜਿਵੇਂ ਵਿਸਾਖੀ ਵਾਲੇ ਦਿਨ ਦੀ ਉਡੀਕ ਕਰ ਰਹੀ ਸੀ, ਉਵੇਂ ਉਵੇਂ ਕੁੜੀ ਦਾ ਨਿਸ਼ਚਾ ਪੱਕਾ ਹੋਈ ਜਾ ਰਿਹਾ ਸੀ। ਸੱਸ ਸਹੁਰੇ ਨੂੰ ਨਾਲ ਲੈ ਕੇ ਵਿਸਾਖੀ ਤੋਂ ਪਹਿਲੇ ਦਿਨ ਦੀ ਸ਼ਾਮ ਤੱਕ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਈ। ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਮੌਕੇ ਫੌਜਣ ਨੇ ਵਰਸ਼ੇ ਵਾਲੇ ਸੇਵਾਦਾਰ ਤੋਂ ਕੱਲ੍ਹ ਵਾਲੀ ਪ੍ਰੋਗਰਾਮ ਦੀ ਜਾਣਕਾਰੀ ਲਈ। ਸੇਵਾਦਾਰ ਵੱਲੋਂ ਸਮਝਾਏ ਦਫ਼ਤਰ ਜਾ ਕੇ ਉਸਨੇ ਆਪਣਾ ਨਾਂ ਲਿਖਵਾ ਦਿੱਤਾ। ਸੇਵਾਦਾਰ ਤੋਂ ਪੁੱਛਗਿੱਛ ਦੌਰਾਨ ਸੱਸ ਸਹੁਰੇ ਨੂੰ ਪਤਾ ਲੱਗਿਆ ਕਿ ਕੁੜੀ ਕੱਲ੍ਹ ਨੂੰ ਸਿੰਘਣੀ ਸਜ ਕੇ ਗੁਰੂ ਵਾਲੀ ਬਣ ਜਾਏਗੀ। ਸਰਾਂ ਦੇ ਕਮਰੇ ਵਿੱਚ ਲੇਟਿਆਂ ਨੀਂਦ ਦੀ ਥਾਂ ਉਹ ਸਾਰੀ ਰਾਤ ਕਲਗੀਆਂ ਵਾਲੇ ਦਾ ਸ਼ੁਕਰਾਨਾ ਕਰਦੇ ਰਹੇ। ਉਹਨਾਂ ਨੂੰ ਆਪਣੀ ਨੂੰਹ ਉੱਤੇ ਧੀ ਤੋਂ ਵੱਧ ਫ਼ਕਰ ਮਹਿਸੂਸ ਹੋ ਰਿਹਾ ਸੀ। ਉਹਨਾਂ ਦੇ ਮਨੋਂ ਆਵਾਜ਼ ਆ ਰਹੀ ਸੀ ਕਿ ਕੁੜੀ ਦੇ ਸਰੀਰ 'ਚ ਦੋ ਰੂਹਾਂ ਦਾ ਵਾਸਾ ਹੋ ਗਿਆ ਹੈ। ਨੂੰਹ ਵਿੱਚੋਂ ਉਹਨਾਂ ਨੂੰ ਆਪਣੇ ਪੁੱਤਰ ਦਾ ਝੋਲਾ ਪੈਣ ਲੱਗ ਪਿਆ ਸੀ। ਉਹਨਾਂ ਨੂੰ ਪਿੰਡ ਦੇ ਗੁਰਦੁਆਰੇ ਆਈ ਕਿਸੇ ਕਥਾਵਾਚਕ ਦੀ ਕਹੀ ਗੱਲ ਯਾਦ ਆਈ। ਆਖੇ ਗੁਰੂ ਦੇ ਲੜ ਲੱਗਣ ਵਾਲੇ ਆਪਣੇ ਬੋਲ ਵੀ ਪਗਾਉਂਦੇ ਨੇ ਅਤੇ ਸਿਦਕ ਤੋਂ ਵੀ ਨਹੀਂ ਥਿੜਕਦੇ। ਅਗਲੇ ਦਿਨ ਸ਼ਾਮ ਵੇਲੇ ਜਦੋਂ ਉਹ ਘਰ ਮੁੜੇ ਤਾਂ ਅੰਬੋ ਤੋਂ ਬਣੀ ਅਮਰਜੀਤ ਕੌਰ ਨੂੰ ਖਾਲਸਾਈ ਰੂਪ ਵਿੱਚ ਵੇਖ ਕੇ ਪਿੰਡ ਵਾਲੇ ਹੈਰਾਨ। ਹੁਣ ਉਹਨੂੰ ਸਮਝ ਆਈ ਕਿ ਫੌਜਣ ਇੰਜ ਦੀ ਪੁੱਛ ਪੜਤਾਲ ਕਿਉਂ ਕਰਦੀ ਹੁੰਦੀ ਸੀ। ਸੱਸ ਨੂੰ ਪੁੱਛ ਪੁੱਛ ਕੇ ਕੰਮ ਕਰਨ ਵਾਲੀ ਅਮਰਜੀਤ ਕੁਝ ਕਰਨ ਲਈ ਸੱਸ ਨੂੰ ਨਾਲ ਤੋਰਨ ਲੱਗ ਪਈ। ਉਹ ਪਿੰਡ ਦੇ ਸਾਂਝੇ ਕੰਮਾਂ ਵਿੱਚ ਹਿੱਸੇਦਾਰ ਬਣਨ ਲੱਗ ਪਈ। ਚੰਗੇ ਕੰਮ ਦੀ ਸ਼ੁਰੂਆਤ ਕਰਨ ਉਸਨੇ ਰੁੱਖ ਲਾਉਣ ਤੋਂ ਕੀਤੀ। ਉਸਨੇ ਆਪ ਕਹੀ ਫੜ ਲਈ। ਪਹਿਲਾਂ ਬੋਹੜ ਦਾ ਬੂਟਾ ਉਸਨੇ ਆਪਣੇ ਖੂਹ ਵਾਲੇ ਖੇਤ ਦੇ ਕੋਨੇ ਵਿੱਚ ਲਾਇਆ ਅਤੇ ਫਿਰ ਪਿੰਡ ਦੀ ਫਿਰਨੀ ਦੇ ਚਾਰੇ ਮੋੜਾਂ ਉੱਤੇ ਪਿੱਪਲ ਅਤੇ ਬੋਹੜ ਲਵਾਏ। ਫਾਲਤੂ ਬੇਰੀਆਂ ਦੀਆਂ ਟਾਹਣੀਆਂ ਕੱਟ ਕੇ ਉਹ ਲਾਏ ਬੂਟਿਆਂ ਦੁਆਲੇ ਵਾੜ ਕਰਦੀ ਅਤੇ ਹਰ ਤੀਜੇ ਚੌਥੇ ਦਿਨ ਪਾਣੀ ਪਾਉਂਦੀ। ਥੋੜ੍ਹੇ ਦਿਨਾਂ ਬਾਅਦ ਬਰਸਾਤ ਆਈ ਤਾਂ ਪਿੰਡ ਦੇ ਸਕੂਲ ਦੀ ਬਾਹਰਲੀ ਕੰਧ ਦੇ ਨਾਲ ਨਾਲ ਅੰਬਾਂ ਦੇ 10-12 ਬੂਟੇ ਲਵਾ ਦਿੱਤੇ ਅਤੇ 2-2 3-3 ਬੂਟੇ ਹਰੇਕ ਜਮਾਤ ਦੇ ਮੁੰਡਿਆਂ ਨੂੰ ਸਾਲ ਚੜ੍ਹਦੇ 'ਤੇ ਬੀਤਦੇ ਗਏ। ਪਿੰਡ ਦੇ ਈਰਖਾਲੂ ਸੁਭਾਅ ਵਾਲੇ ਲੋਕਾਂ ਵੱਲੋਂ ਉਸ ਵਿਰੁੱਧ ਬਣਾਈਆਂ ਜਾਂਦੀਆਂ ਝੂਠੀਆਂ ਗੱਲਾਂ ਨੂੰ ਕਿਸੇ ਵੱਲੋਂ ਕਦੇ ਗੌਲਿਆ ਨਾ ਜਾਂਦਾ। ਹਰ ਸਾਲ ਪਿੰਡ ਵਿੱਚ ਛਾਂ ਵਾਲੇ ਅਤੇ ਫੁੱਲਦਾਰ ਰੁੱਖਾਂ ਦੀ ਗਿਣਤੀ ਵਧਦੀ ਗਈ। ਸਕੂਲ ਵਿੱਚ ਲਾਏ ਅੰਬਾਂ ਕਾਰਨ ਬੱਚੇ ਅਮਰਜੀਤ ਨੂੰ ਫੌਜਣ ਚਾਚੀ ਦੀ ਥਾਂ ਅੰਬੋ ਚਾਚੀ ਕਹਿਣ ਲੱਗ ਪਏ। ਕੁਝ ਸਾਲਾਂ ਬਾਅਦ ਸਕੂਲ ਵਾਲੇ ਅੰਬਾਂ ਨੂੰ ਭਰਮਾ ਫਲ ਲੱਗਣ ਲੱਗ ਪਿਆ। ਅੰਬ ਪੱਕਣ ਤੱਕ ਉਹਨਾਂ ਨੂੰ ਕੋਈ ਤੋੜਦਾ ਨਾ। ਇੰਨੇ ਸਾਲਾਂ ਵਿੱਚ ਅੰਬੋ ਨੇ ਘਰੇ ਪੜ੍ਹ ਕੇ 10ਵੀਂ ਅਤੇ ਫਿਰ 12ਵੀਂ ਜਮਾਤ ਪਾਸ ਕਰ ਲਈ ਸੀ। ਉਹ ਕਾਲਜ ਦੀ ਡਿਗਰੀ ਵਾਲੀਆਂ 2 ਜਮਾਤਾਂ ਪਾਸ ਕਰ ਚੁੱਕੀ ਸੀ ਅਤੇ ਆਖਰੀ ਸਾਲ ਦੀ ਤਿਆਰੀ ਕਰ ਰਹੀ ਸੀ। ਪਿੰਡ ਦੇ ਸਰਕਾਰੀ ਸਕੂਲ ਵਿੱਚ 3 ਵਿੱਚੋਂ 2 ਮਾਸਟਰ ਅੱਗੜ ਪਿੱਛੜ ਰਿਟਾਇਰ ਹੋ ਗਏ। ਸਰਕਾਰ ਨੇ ਉਹਨਾਂ ਦੀ ਥਾਂ ਕੋਈ ਨਵਾਂ ਮਾਸਟਰ ਨਾ ਭੇਜਿਆ। ਸਮੱਸਿਆ ਪੈਦਾ ਹੋ ਗਈ। 5 ਜਮਾਤਾਂ ਦੇ 125 ਬੱਚਿਆਂ ਨੂੰ ਇੱਕ ਮਾਸਟਰ ਸੰਭਾਲੇ ਇੱਕ ਪੜ੍ਹਾਵੇ। ਮਾਪਿਆਂ ਨੂੰ ਚਿੰਤਾ ਹੋਈ ਸੁਭਾਵਿਕ ਸੀ। ਇਸ ਲੋੜ ਉੱਤੇ ਚਰਚਾ ਕਰਨ ਲਈ ਪੰਚਾਇਤ ਦਾ ਅਜਲਾਸ ਸੱਦਿਆ ਗਿਆ। ਸਰਪੰਚ ਨੇ ਦੱਸਿਆ ਕਿ ਸਿੱਖਿਆ ਅਫਸਰ ਨੂੰ ਕਿਹਾ ਸੀ ਪਰ ਉਸਨੇ ਕੋਈ ਪੱਲਾ ਨਹੀਂ ਫੜਾਇਆ। ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਸਰਕਾਰ ਵੱਲੋਂ ਨਵੇਂ ਮਾਸਟਰ ਭੇਜੇ ਜਾਣ ਤੱਕ ਪੰਚਾਇਤੀ ਖਰਚੇ 'ਤੇ ਅਰਜ਼ੀ ਮਾਸਟਰ ਰੱਖ ਲਿਆ ਜਾਏ। ਸਰਪੰਚ ਦੇ ਕੋਲ ਬੈਠੇ ਪੰਚਾਇਤ ਸੈਕਟਰੀ ਨੇ ਫੰਡਾਂ ਤੋਂ ਨਾ ਕਰਕੇ ਸਾਰਿਆਂ ਨੂੰ ਨਿਰਾਸ਼ ਕਰਤਾ। ਪੰਚ ਹੋਣ ਕਰਕੇ ਅਮਰਜੀਤ ਕੌਰ ਵੀ ਪੰਚਾਇਤ ਵਿੱਚ ਬੈਠੀ ਹੋਣੀ ਸੀ। ਉਸਨੇ ਖੜੀ ਹੋ ਕੇ ਬਿਨਾਂ ਤਨਖਾਹ ਪੜ੍ਹਾਉਣ ਦੀ ਪੇਸ਼ਕਸ਼ ਕੀਤੀ। ਸਾਰਿਆਂ ਦੇ ਹੱਥ ਖੜ੍ਹੇ ਹੋਏ ਅਤੇ ਤਾੜੀਆਂ ਦੀ ਗੂੰਜ ਦੂਰ ਤੱਕ ਸੁਣਾਈ ਦਿੱਤੀ। ਸੈਕਟਰੀ ਤੋਂ ਬਿਨਾਂ ਸਾਰਿਆਂ ਦੇ ਮਨ 'ਚੋਂ ਉਸ ਲਈ ਦੁਆਵਾਂ ਨਿਕਲੀਆਂ। ਬਾਅਦ ਵਿੱਚ ਸੈਕਟਰੀ ਦੇ ਫੰਡ ਦੀ ਨਾਂਹ ਵਾਲਾ ਭੇਦ ਖੁੱਲ੍ਹਿਆ ਕਿ ਉਸਨੇ ਕਿਸੇ ਹੋਰ ਨਾਲ ਹਿੱਸੇਦਾਰੀ ਕਰਕੇ ਫਿੱਟ ਕਰਨਾ ਸੀ। ਅਗਲੇ ਦਿਨ ਉਹ ਅੰਬੋ ਚਾਚੀ ਤੋਂ ਅੰਬੋ ਭੈਣ ਜੀ ਬਣ ਕੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲੱਗ ਪਈ। ਮੁੱਖ ਅਧਿਆਪਕ ਨੇ ਉਸਨੂੰ 2ਜੀ ਅਤੇ 3ਜੀ ਜਮਾਤ ਦਾ ਇੰਚਾਰਜ ਬਣਾ ਦਿੱਤਾ।
6 ਕੁ ਮਹੀਨੇ ਹੋਏ ਸੀ ਅੰਬੋ ਭੈਣ ਜੀ ਨੂੰ ਪੜ੍ਹਾਉਂਦਿਆਂ ਕਿ ਸਾਲਾਨਾ ਇਮਤਿਹਾਨਾਂ ਵਾਲਾ ਮਹੀਨਾ ਆ ਗਿਆ। ਅੱਧੀ ਛੁੱਟੀ ਵੇਲੇ ਤੀਜੀ ਜਮਾਤ ਵਾਲੇ ਸਾਰੇ ਮੁੰਡੇ ਕੁੜੀਆਂ ਮੁੱਖ ਅਧਿਆਪਕ ਵਾਲੇ ਕਮਰੇ ਵੱਲ ਹੋ ਤੁਰੇ। ਅਖੇ ਜੀ ਸਾਨੂੰ ਪਾਸ ਨਾ ਕਰਿਓ, ਅਸੀਂ ਤੀਜੀ 'ਚ ਰਹਿਣਾ। ਮਾਸਟਰ ਹੈਰਾਨ, ਇਹ ਕੀ ਸਵਾਲ ਹੋਇਆ? ਲੋਕ ਤਾਂ ਪਾਸ ਕਰਨ ਲਈ ਹਾੜੇ ਕੱਢਦੇ ਨੇ। ਭੇਦ ਖੁੱਲ੍ਹਾ ਕਿ ਉਹ ਅੰਬੋ ਭੈਣ ਜੀ ਤੋਂ ਹੀ ਪੜ੍ਹਨਾ ਚਾਹੁੰਦੇ ਨੇ। ਚੌਥੀ ਨੂੰ ਉਸਨੇ ਪੜ੍ਹਾਉਣਾ ਨਹੀਂ ਸੀ। ਅਗਲੇ ਦਿਨ ਮਾਸਟਰ ਨੇ ਕਹਿਤਾ ਕਿ ਅਗਲੀ ਵਾਰ ਦੂਜੀ ਜਮਾਤ ਮੈਂ ਲੈ ਲੂੰ ਅਤੇ ਚੌਥੀ ਨੂੰ ਅਮਰਜੀਤ ਪੜ੍ਹਾਏਗੀ। ਤੀਜੀ ਵਾਲਿਆਂ ਦੇ ਮਾਪੇ ਮਾਸਟਰ ਲਈ ਤੋਹਫੇ ਚੁੱਕੀ ਆਉਣ। ਅਖੇ ਜੀ ਸਾਡੇ ਬੱਚਿਆਂ ਦਾ ਸਾਲ ਬਚਾਤਾ। ਗੱਲ ਹਲਕੇ ਦੇ ਮੰਤਰੀ ਕੋਲ ਪਹੁੰਚੀ ਤਾਂ ਉਸਨੇ ਫੌਜੀ ਦੀ ਦੇਸ਼ ਲਈ ਸ਼ਹਾਦਤ ਦੇ ਵਾਲੇ ਮੁੱਖ ਮੰਤਰੀ ਵੱਲੋਂ ਦਿੱਤੇ ਪੱਤਰ ਦੇ ਹਵਾਲੇ ਨਾਲ ਅਮਰਜੀਤ ਕੌਰ ਦਾ ਨਾਂ ਪੱਕੇ ਅਧਿਆਪਕਾਂ ਵਾਲੀ ਸੂਚੀ ਵਿੱਚ ਪਵਾ ਦਿੱਤਾ। ਉਸਨੂੰ ਸਰਕਾਰੀ ਤਨਖਾਹ ਮਿਲਣ ਲੱਗੀ। ਕੁਝ ਮਹੀਨੇ ਬਾਅਦ ਮੰਤਰੀ ਕਿਸੇ ਸਮਾਗਮ ਕਾਰਨ ਪਿੰਡ ਆਇਆ। ਪਹਿਲਾਂ ਇੰਝ ਦੇ ਸਮਾਗਮ ਸਕੂਲਾਂ ਵਿੱਚ ਹੀ ਕਰਦੇ ਹੁੰਦੇ ਸੀ। ਪਿੰਡ ਦੇ ਲੋਕਾਂ ਮੰਤਰੀ ਨੂੰ ਅਮਰਜੀਤ ਭੈਣ ਜੀ ਬਾਰੇ ਦੱਸਿਆ ਕਿ ਉਸਨੇ ਸਕੂਲ ਨੂੰ ਕਿੰਨਾ ਚੰਗਾ ਬਣਾ ਦਿੱਤਾ ਹੈ। ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਸੇ ਕਹਾਣੀ ਵਿਚਲੀ ਭੂਆ ਦੀ ਗੱਲ ਕਰਦਿਆਂ ਕਿਹਾ ਕਿ ਉਸੇ ਵਰਗੀ ਇੱਕ ਹੋਰ ਭੂਆ ਇਸ ਪਿੰਡ ਵਿੱਚ ਵੀ ਹੈਗੀ ਏ ਅਤੇ ਨਾਲ ਹੀ ਉਸ ਅਮਰਜੀਤ ਭੈਣ ਜੀ ਵੱਲ ਇਸ਼ਾਰਾ ਕਰਤਾ। ਬੈਠਿਆਂ ਵਿੱਚੋਂ ਕੋਈ ਵੀ ਤਾੜੀਆਂ ਮਾਰਨ ਨੂੰ ਨਾ ਰਹਿ ਸਕਿਆ। ਉਸ ਦਿਨ ਤੋਂ ਉਹ ਭੈਣ ਜੀ ਤੋਂ ਅਮਰਜੀਤ ਭੂਆ ਜੀ ਬਣ ਗਈ। ਫੌਜਨ ਚਾਚੀ ਨੇ ਅੰਬੋ ਚਾਚੀ, ਅੰਬੋ ਭੈਣ ਜੀ ਤੋਂ ਅਮਰਜੀਤ ਭੂਆ ਤੱਕ ਦਾ ਸਫ਼ਰ ਤੈਅ ਲਿਆ। ਪਰ ਰੁੱਖ ਲਵਾਉਣੇ ਉਸਦਾ ਸ਼ੌਂਕ ਬਣੇ ਰਹੇ। ਉਸਨੂੰ ਕਿੰਨੀ ਖੁਸ਼ੀ ਅਤੇ ਤਸੱਲੀ ਹੁੰਦੀ ਜਦ ਉਸੇ ਸਕੂਲ ਵਿੱਚ ਉਸ ਵੱਲੋਂ ਲਾਏ ਅੰਬਾਂ ਦੇ ਰੁੱਖ ਹਰ ਸਾਲ ਫਲ ਨਾਲ ਲੱਦੇ ਹੋਈ ਜ਼ਮੀਨ ਵੱਲ ਝੁਕਦੇ। ਉਸਨੂੰ ਗੁਰਬਾਣੀ ਦੀ ਤੁਕ ਸੰਸਕਾਰ ਰੂਪ ਵਿੱਚ ਦਿਸਣ ਲੱਗਦੀ। ਜਿਵ ਜਿਵ ਭਿੱਜੇ ਕੰਬਲੇ ਤਿਮ ਤਿਮ ਭਾਰੀ ਹੋ। ਸਕੂਲ ਵਾਲੇ ਅੰਬਾਂ ਦੇ 14 ਰੁੱਖਾਂ ਦੇ ਫਲ ਦਾ ਹਰ ਸਾਲ ਠੇਕਾ ਦਿੱਤਾ ਜਾਂਦਾ। ਵਿਕਰੀ ਦੀ ਰਕਮ ਉਸੇ ਪੰਚਾਇਤ ਦੇ ਖਾਤੇ ਵਿੱਚ ਜਾਂਦੀ ਜਿਸ ਦੇ ਸੈਕਟਰੀ ਕੋਲ ਕਦੇ ਇੱਕ ਆਰਜੀ ਅਧਿਆਪਕ ਨੂੰ ਤਨਖਾਹ ਦੇਣ ਲਈ ਫੰਡ ਨਹੀਂ ਸੀ। ਅਮਰਜੀਤ ਦੇ ਸੱਸ ਸਹੁਰੇ ਕੋਲ ਗੁਜ਼ਾਰੇ ਲਈ ਕਾਫੀ ਜ਼ਮੀਨ ਸੀ। ਉਹਨਾਂ ਦੇ ਕਹਿਣ 'ਤੇ ਅਮਰਜੀਤ ਆਪਣੀ ਤਨਖਾਹ ਦਾ ਬਹੁਤਾ ਹਿੱਸਾ ਸਕੂਲ ਦੇ ਲੋੜਵੰਦ ਬੱਚਿਆਂ 'ਤੇ ਖਰਚ ਕਰ ਦਿੰਦੇ। ਜੋ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਜਾਂ ਜੋ ਛੁੱਟੀਆਂ ਵਿੱਚ ਪੜ੍ਹਨਾ ਚਾਹੁੰਦੇ ਉਹਨਾਂ ਲਈ ਅਮਰਜੀਤ ਟਿਊਸ਼ਨ ਵਾਂਗ ਆਪਣੇ ਘਰ ਵਿੱਚ ਕਲਾਸ ਲੈ ਲੈਂਦੇ। ਚੜ੍ਹੇ ਮਹੀਨੇ ਉਹ ਗਿਣਤੀ ਮਿਣਤੀ ਸ਼ੁਰੂ ਕਰ ਦਿੰਦੇ ਕਿ ਅਗਲੀ ਤਨਖਾਹ ਵਿੱਚੋਂ ਕਿਸ ਮੁੰਡੇ ਜਾਂ ਕੁੜੀ ਨੂੰ ਕੀ ਕੀ ਲੈ ਕੇ ਦੇਣਾ। ਲੋੜਵੰਦਾਂ 'ਤੇ ਖਰਚਾ ਕਰਕੇ ਉਸਦਾ ਮਨ ਤਸੱਲੀ ਅਤੇ ਖੁਸ਼ੀ ਨਾਲ ਭਰ ਜਾਂਦਾ। ਉਸਨੂੰ ਮਨੋਂ ਵਿਸਰ ਹੀ ਗਿਆ ਸੀ ਕਿ ਉਸਦਾ ਕੋਈ ਬੱਚਾ ਨਹੀਂ। ਸਾਰੇ ਬੱਚੇ ਉਸਨੂੰ ਆਪਣੇ ਲੱਗਦੇ। ਉਸਦੇ ਪੇਕੇ ਪਿੰਡ ਦੇ ਬੱਚੇ ਮਾਪਿਆਂ ਨਾਲ ਜਿੱਦ ਕਰਕੇ ਉਸਦੇ ਸਕੂਲ ਦਾਖਲ ਹੋਣ ਲੱਗ ਪਏ। ਪਿੰਡ ਦੀ ਧੀ ਹੋਣ ਕਰਕੇ ਉਹਨਾਂ ਦੇ ਮੂੰਹੋਂ ਭੂਆ ਸੁਣਨਾ ਅਮਰਜੀਤ ਨੂੰ ਹੋਰ ਵੀ ਚੰਗਾ ਲੱਗਦਾ। ਉਹ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਵੀ ਖੂਬ ਨਿਭਾਉਂਦੀ। ਸੱਸ ਸਹੁਰੇ ਨੂੰ ਮਾਂ ਬਾਪ ਵਾਲਾ ਸਤਿਕਾਰ ਤਾਂ ਉਹ ਉਸ ਘਰ ਆਉਂਦਿਆਂ ਹੀ ਦੇਣ ਲੱਗ ਪਈ ਸੀ। ਪਰ ਜਿਵੇਂ ਜਿਵੇਂ ਉਹ ਬਜ਼ੁਰਗ ਹੁੰਦੇ ਗਏ ਅਮਰਜੀਤ ਉਹਨਾਂ ਦੀ ਹਰ ਲੋੜ ਦਾ ਧਿਆਨ ਰੱਖਦੀ। ਉਹਨਾਂ ਦੀ ਕਿਸੇ ਜਿੱਦ ਮੂਹਰੇ ਉਹ ਜਰਾ ਦੀ ਮੱਥੇ ਵੱਟ ਨਾ ਪਾਉਂਦੀ। ਕਈ ਵਾਰ ਬਜ਼ੁਰਗ ਹੈਰਾਨ ਵੀ ਹੁੰਦੇ ਕਿ ਉਹਨਾਂ ਦੀ ਲੋੜ ਦਾ ਪਤਾ ਅਮਰਜੀਤ ਨੂੰ ਬਿਨਾਂ ਕਹੇ ਕਿੰਝ ਲੱਗ ਜਾਂਦਾ। ਛੁੱਟੀਆਂ ਹੁੰਦੀਆਂ ਉਹ ਦੋਹਾਂ ਨੂੰ ਕਿਸੇ ਧਾਰਮਿਕ ਸਥਾਨ ਦਾ ਗੇੜਾ ਕਢਵਾ ਲਿਆਉਂਦੀ। ਅਮਰਜੀਤ ਦੇ ਸੁਭਾਅ ਅਤੇ ਲਗਨ ਦੀਆਂ ਗੱਲਾਂ ਦੂਰ ਦੂਰ ਤੱਕ ਹੋਣ ਲੱਗੀਆਂ। ਸਟੇਜਾਂ ਤੋਂ ਬੋਲਦਿਆਂ ਔਖੇ ਹਾਲਾਤਾਂ ਨਾਲ ਸਿੰਜਣ ਦੀ ਸਮਝਣ ਵਾਲੀ ਮਿਸਾਲ ਦੇਣ ਲੱਗਿਆਂ ਉਸ ਦਾ ਨਾਂ ਲਿਆ ਜਾਂਦਾ। ਉਸਨੇ ਦੇਸ਼ ਦੇ ਰਾਸ਼ਟਰਪਤੀ ਤੋਂ ਸਨਮਾਨ ਪੱਤਰ ਪ੍ਰਾਪਤ ਕੀਤਾ। ਸਰਕਾਰ ਵੱਲੋਂ ਤਰੱਕੀ ਦੀ ਪੇਸ਼ਕਸ਼ ਉਸਨੇ ਇਸ ਕਰਕੇ ਠੁਕਰਾ ਦਿੱਤੀ ਤਾਂ ਕਿ ਬੱਚਿਆਂ ਵੱਲੋਂ ਉਸਦਾ ਨਾਤਾ ਨਾ ਟੁੱਟ ਜਾਏ। 27 ਸਾਲ ਪਿੰਡ ਵਾਲੇ ਸਕੂਲ ਵਿੱਚ ਪੜ੍ਹਾਉਂਦਿਆਂ ਅਣਗਿਣਤ ਬੱਚਿਆਂ ਦੇ ਮਨਾਂ ਉੱਤੇ ਆਪਣੀ ਹੋਂਦ ਵਾਲਾ ਠੱਪਾ ਲਾ ਕੇ ਉਹ ਸਕੂਲ 'ਚੋਂ ਰਿਟਾਇਰ ਹੋ ਗਏ। ਪਰ ਉਹ ਲੋਕਾਂ ਨੂੰ ਨਿਰਾਸ਼ਾ 'ਚੋਂ ਕੱਢ ਕੇ ਉਹਨਾਂ ਦੇ ਮਨਾਂ ਵਿੱਚ ਉਮੀਦਾਂ ਵਾਲੇ ਚਿਰਾਗ ਬਾਲ ਕੇ ਸਫਲਤਾ ਵਾਲੇ ਰਸਤੇ ਤੋਰਨ ਦਾ ਆਪਣੇ ਆਪ ਨਾਲ ਕੀਤਾ ਅਹਿਦ ਅੱਜ ਤੱਕ ਨਿਭਾ ਰਹੀ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ।